ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। MK ਗੁਰਬਾਣੀ ਵਿਚਾਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਸਦਕਾ ਕਿਸ ਤਰ੍ਹਾਂ ਸਾਵਨ ਮੱਲ ਨੇ ਰਾਜੇ ਦੇ ਮਰੇ ਹੋਏ ਲੜਕੇ ਨੂੰ ਜਿੰਦਾ ਕੀਤਾ ਅਤੇ ਰਾਜਾ ਆਪਣੀਆਂ ਰਾਣੀਆਂ ਸਮੇਤ ਗੁਰੂ ਘਰ ਦਾ ਸੇਵਕ ਕਿਸ ਤਰ੍ਹਾਂ ਬਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਬਲੂ ਆਦਿਕ ਸਿੱਖਾਂ ਨੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਕੋਲ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੂਰ ਦੂਰ ਤੋਂ ਹਿੰਦੂ ਮੁਸਲਮਾਨ ਆਦਿ ਅਨੇਕ ਜਾਤਾਂ ਦੇ ਲੋਕ ਦਰਸ਼ਨ ਕਰਨ ਆਉਂਦੇ ਹਨ, ਪਰ ਉਹਨਾਂ ਦੇ ਰਹਿਣ ਵਾਸਤੇ ਕੋਈ ਖੁੱਲ੍ਹੀ ਜਗ੍ਹਾ ਨਹੀਂ ਹੈ। ਇਸ ਵਾਸਤੇ ਕੋਈ ਖੁੱਲ੍ਹਾ ਮਕਾਨ ਬਣਾਉਣਾ ਚਾਹੀਦਾ ਹੈ। ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਆਦਿ ਸਿਆਣੇ ਸਿੱਖਾਂ ਨਾਲ ਸਲਾਹ ਕਰਕੇ ਆਪਣੇ ਭਤੀਜੇ ਸਾਵਨ ਮੱਲ ਨੂੰ ਆਖਿਆ ਕਿ ਤੁਸੀਂ ਆਪਣੇ ਨਾਲ 5 ਸਿੱਖ ਲੈ ਕੇ ਰਿਆਸਤ ਹਰੀਪੁਰ ਦੇ ਰਾਜੇ ਪਾਸ ਜਾਓ ਅਤੇ ਉਥੋਂ ਮਕਾਨਾਂ ਵਾਸਤੇ ਲੱਕੜਾਂ ਦੇ ਗੱਠੇ ਬੰਨ੍ਹ ਕੇ ਬਿਆਸਾ ਨਦੀ ਰਾਹੀਂ ਭੇਜਣ ਦਾ ਪ੍ਰਬੰਧ ਕਰੋ। ਸਾਵਨ ਮੱਲ ਨੇ ਕਹਾ, ਮਹਾਰਾਜ, ਪਹਾੜੀਏ ਲੋਕ ਪੱਥਰ ਪੂਜਕ ਹਨ, ਉਹ ਗੁਰੂ ਪੂਜਕ ਨਹੀਂ ਹਨ। ਇਸ ਕਰਕੇ ਲੱਕੜਾਂ ਖਰੀਦਣ ਵਾਸਤੇ ਬਹੁਤ ਧਨ ਚਾਹੀਦਾ ਹੈ। ਇਹ ਗੱਲ ਸੁਣ ਕੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੇ ਕਹਾ, ਸਭ ਸ਼ਕਤੀਆਂ ਤੇਰੇ ਅਧੀਨ ਹੋਣਗੀਆਂ, ਤੂੰ ਜਿਵੇਂ ਚਾਹੇਗਾ ਉਹਨਾਂ ਨੂੰ ਵਰਤ ਕੇ ਰਾਜੇ ਨੂੰ ਗੁਰੂ ਘਰ ਦਾ ਪ੍ਰੇਮੀ ਕਰ ਲਵੀਂ ਅਤੇ ਫਿਰ ਉਹ ਆਪੇ ਹੀ ਗੁਰੂ ਘਰ ਵਾਸਤੇ ਜਿਸ ਚੀਜ਼ ਦੀ ਲੋੜ ਹੋਵੇਗੀ ਤੈਨੂੰ ਦੇ ਦੇਵੇਗਾ। ਇਹ ਗੱਲ ਆਖ ਕੇ ਗੁਰੂ ਜੀ ਨੇ ਸਾਵਨ ਮੱਲ ਨੂੰ ਆਪਣੇ ਹੱਥ ਦਾ ਇੱਕ ਰੁਮਾਲ ਦੇ ਦਿੱਤਾ ਅਤੇ ਆਖਿਆ ਕਿ ਇਸ ਰੁਮਾਲ ਨੂੰ ਹੱਥ ਵਿੱਚ ਫੜ ਕੇ ਜੋ ਕੁਝ ਤੂੰ ਚਾਹੇਗਾ ਉਹ ਹੋ ਜਾਏਗਾ। ਤੇਰੀ ਹਰ ਇੱਕ ਇੱਛਾ ਇਹ ਰੁਮਾਲ ਪੂਰੀ ਕਰੇਗਾ। ਰੁਮਾਲ ਲੈ ਕੇ ਸਾਵਨ ਮੱਲ ਦੇ ਕਪਾਟ ਖੁੱਲ੍ਹ ਗਏ। ਉਹ ਬੜਾ ਖੁਸ਼ ਹੋਇਆ। ਦੂਸਰੇ ਦਿਨ ਹੀ ਤਿਆਰੀ ਕਰਕੇ ਸਾਵਨ ਮੱਲ ਆਪਣੇ ਨਾਲ 5 ਸਿੱਖ ਲੈ ਕੇ ਹਰੀਪੁਰ ਨੂੰ ਚੱਲ ਪਿਆ। ਜਦ ਹਰੀਪੁਰ ਪਹੁੰਚਿਆ ਤਾਂ ਦੇਵਨੇਤ ਨੇ ਹੀ ਉਸ ਦਿਨ ਇਕਾਦਸ਼ੀ ਦਾ ਵਰਤ ਹੋਣ ਕਰਕੇ ਰਾਜੇ ਵੱਲੋਂ ਹੁਕਮ ਸੀ ਕਿ ਕੋਈ ਅੰਨ ਨੂੰ ਹੱਥ ਨਾ ਲਾਵੇ, ਪਰੰਤੂ ਸਾਵਨ ਮੱਲ ਨੇ ਸਾਧਾਰਨ ਦੀ ਤਰ੍ਹਾਂ ਪ੍ਰਸ਼ਾਦ ਤਿਆਰ ਕਰਕੇ ਸਾਥੀਆਂ ਸਹਿਤ ਆਪ ਛਕਿਆ ਅਤੇ ਕੁਝ ਸਿੱਖ ਸੇਵਕਾਂ ਨੂੰ ਦੇ ਦਿੱਤਾ। ਇਸ ਗੱਲ ਦੀ ਜਦ ਰਾਜੇ ਨੂੰ ਖਬਰ ਹੋਈ ਤਾਂ ਉਸ ਨੇ ਭਾਈ ਸਾਵਨ ਮੱਲ ਨੂੰ ਸੱਦ ਕੇ ਪੁੱਛਿਆ ਕਿ ਤੁਸਾਂ ਅੱਜ ਇਕਾਦਸ਼ੀ ਵਾਲੇ ਦਿਨ ਅੰਨ ਕਿਉਂ ਖਾਧਾ ਹੈ, ਵਰਤ ਕਿਉਂ ਨਹੀਂ ਰੱਖਿਆ। ਤਦ ਸਾਵਨ ਮੱਲ ਨੇ ਕਿਹਾ
ਕਿ ਗੁਰੂ ਜੀ ਦਾ ਲੰਗਰ ਸਦਾ ਹੀ ਚੱਲਦਾ ਰਹਿੰਦਾ ਹੈ, ਕਿਉਂਕਿ ਗੁਰੂ ਘਰ ਇਸ ਤਰ੍ਹਾਂ ਦੇ ਭਰਮਾਂ ਵਿੱਚ ਨਿਸ਼ਚਾ ਨਹੀਂ ਰੱਖਦਾ। ਇਹ ਉੱਤਰ ਸੁਣ ਕੇ ਰਾਜੇ ਦੇ ਗੁਰੂ ਇੱਕ ਬੈਰਾਗੀ ਸਾਧ ਨੇ ਕਹਾ, ਇਹ ਹੁਕਮ ਨਹੀਂ ਮੰਨਦੇ, ਇਹਨਾਂ ਨੂੰ ਕੈਦ ਕਰ ਦੇਣਾ ਚਾਹੀਦਾ ਹੈ। ਆਪਣੇ ਗੁਰੂ ਦੇ ਕਹਿਣ ਅਨੁਸਾਰ ਰਾਜੇ ਨੇ ਸਾਵਨ ਮੱਲ ਨੂੰ ਕੈਦ ਕਰ ਦਿੱਤਾ। ਦੂਸਰੇ ਦਿਨ ਹੀ ਰਾਜੇ ਦੇ ਲੜਕੇ ਨੂੰ ਹੈਜਾ ਹੋ ਗਿਆ ਅਤੇ ਉਹ ਮਰ ਗਿਆ। ਰਾਜੇ ਦੇ ਮਹਿਲਾਂ ਵਿੱਚ ਰੋਣਾ ਪਿੱਟਣਾ ਪੈ ਗਿਆ। ਰਾਜੇ ਦੇ ਮੰਤਰੀ ਨੇ ਕਿਹਾ, ਮਹਾਰਾਜ, ਤੁਸਾਂ ਜਿਹੜੇ ਗੁਰੂ ਦੇ ਨਿਰਦੋਸ਼ ਸਿੱਖਾਂ ਨੂੰ ਕੈਦ ਵਿੱਚ ਪਾ ਦਿੱਤਾ ਹੈ, ਇਹ ਉਹਨਾਂ ਦੀ ਨਿਰਾਦਰੀ ਕਰਨ ਦਾ ਫਲ ਹੈ ਕਿ ਰਾਜਕੁਮਾਰ ਦੀ ਮ੍ਰਿਤਿੂ ਹੋ ਗਈ ਹੈ। ਉਹਨਾਂ ਨੂੰ ਕੈਦ ਵਿੱਚੋਂ ਕੱਢ ਦਿਓ ਅਤੇ ਆਪਣੀ ਭੁੱਲ ਬਖਸ਼ਵਾਓ। ਰਾਜੇ ਨੇ ਆਪਣੇ ਵਜ਼ੀਰ ਨੂੰ ਭੇਜ ਕੇ ਭੁੱਲ ਬਖਸ਼ਵਾਈ ਅਤੇ ਕੈਦ 'ਚੋਂ ਛੱਡ ਦਿੱਤਾ। ਤਦ ਸਾਵਨ ਮੱਲ ਨੇ ਕਿਹਾ, ਜੇਕਰ ਰਾਜਾ ਗੁਰੂ ਦਾ ਸਿੱਖ ਬਣ ਜਾਵੇ ਤਾਂ ਮੈਂ ਉਸ ਦੇ ਲੜਕੇ ਨੂੰ ਜਿੰਦਾ ਕਰ ਦਿਆਂਗਾ। ਜਦ ਰਾਜੇ ਨੂੰ ਇਹ ਗੱਲ ਦੱਸੀ ਗਈ ਤਾਂ ਉਸਨੇ ਕਿਹਾ, ਜੇਕਰ ਮੇਰਾ ਲੜਕਾ ਜਿੰਦਾ ਹੋ ਜਾਵੇ ਤਾਂ ਮੈਂ ਅਤੇ ਮੇਰਾ ਪਰਿਵਾਰ ਸਾਰੇ ਹੀ ਗੁਰੂ ਜੀ ਦੇ ਸਿੱਖ ਬਣ ਜਾਵਾਂਗੇ। ਉਸ ਗੁਰੂ ਦੇ ਸਿੱਖ ਨੂੰ ਛੇਤੀ ਮਹਿਲਾਂ ਵਿੱਚ ਲੈ ਆਓ। ਜਦ ਵਜ਼ੀਰ ਨੇ ਆਦਮੀ ਭੇਜ ਕੇ ਸਾਵਨ ਮੱਲ ਨੂੰ ਮਹਿਲਾਂ ਵਿੱਚ ਸੱਦ ਕੇ ਰਾਜੇ ਦੀ ਇਹ ਗੱਲ ਦੱਸੀ ਤਾਂ ਸਾਵਨ ਮੱਲ ਨੇ ਰਾਜੇ ਨੂੰ ਕਿਹਾ ਕਿ ਤੁਸੀਂ ਸਾਰੇ ਚੁੱਪ ਕਰਕੇ ਬੈਠ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ ਅਤੇ ਰੋਣਾ ਪਿੱਟਣਾ ਬੰਦ ਕਰ ਦਿਓ। ਉਪਰੰਤ ਸਾਵਨ ਮੱਲ ਨੇ ਮੁਰਦਾ ਲੜਕੇ ਪਾਸ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਜਦ ਗੁਰੂ ਜੀ ਦੇ ਰੁਮਾਲ ਦੀ ਕੰਨੀ ਧੋ ਕੇ ਲੜਕੇ ਦੇ ਮੂੰਹ ਵਿੱਚ ਪਾਈ ਅਤੇ ਰੁਮਾਲ ਫੜ ਕੇ ਉਸ ਦੇ ਸਿਰ ਉੱਤੇ ਫੇਰ ਕੇ ਸਤਨਾਮ ਆਖਿਆ ਤਾਂ ਲੜਕਾ ਉੱਠ ਕੇ ਬੈਠ ਗਿਆ। ਇਹ ਗੱਲ ਦੇਖ ਕੇ ਰਾਜਾ ਅਤੇ ਰਾਣੀ ਸਾਵਨ ਮੱਲ ਜੀ ਦੇ ਚਰਨਾਂ ਤੇ ਪੈ ਗਏ। ਮਹਿਲਾਂ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ। ਰਾਜੇ ਨੇ ਸਾਵਨ ਮੱਲ ਜੀ ਨੂੰ ਬਹੁਤ ਧਨ ਬਸਤਰ ਭੇਟਾ ਕੀਤੇ ਅਤੇ ਸਤਨਾਮ ਵਾਹਿਗੁਰੂ ਦਾ ਉਪਦੇਸ਼ ਲੈ ਕੇ ਰਾਜਾ ਗੁਰੂ ਘਰ ਦਾ ਸੇਵਕ ਬਣ ਗਿਆ। ਮਗਰੋਂ ਸਾਰੀ ਰਿਆਸਤ ਦੇ ਲੋਕ ਗੁਰੂ ਘਰ ਦੇ ਸਿੱਖ ਬਣ ਗਏ। ਜਦ 2-4 ਦਿਨ ਖੁਸ਼ੀਆਂ ਵਿੱਚ ਲੰਘ ਗਏ ਤਾਂ ਇੱਕ ਦਿਨ ਰਾਜੇ ਨੇ ਸਾਵਨ ਮੱਲ ਨੂੰ ਇੱਥੇ ਆਉਣ ਦਾ ਕਾਰਨ ਪੁੱਛਿਆ। ਸਾਵਨ ਮੱਲ ਨੇ ਕਿਹਾ, ਮਹਾਰਾਜ, ਬਿਆਸਾ ਨਦੀ ਦੇ ਕਿਨਾਰੇ ਇੱਕ ਗੋਇੰਦਵਾਲ ਨਗਰ ਹੈ। ਉੱਥੇ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਤੀਜੇ ਥਾਂ ਬੈਠਣ ਵਾਲੇ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨਿਵਾਸ ਰੱਖਦੇ ਹਨ। ਉਹਨਾਂ ਦੇ ਦਰਸ਼ਨਾਂ ਨੂੰ ਬਹੁਤ ਸਿੱਖ ਸੇਵਕ ਸੰਗਤਾਂ ਆਉਂਦੀਆਂ ਹਨ। ਉਹਨਾਂ ਦੇ ਆਰਾਮ ਵਾਸਤੇ ਗੁਰੂ ਜੀ ਉੱਥੇ ਮਕਾਨ ਬਣਵਾ ਰਹੇ ਹਨ, ਜਿਨ੍ਹਾਂ ਵਾਸਤੇ
ਬਹੁਤ ਲੱਕੜ ਦੀ ਲੋੜ ਹੈ। ਰਾਜੇ ਨੇ ਉसी ਸਮੇਂ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਕਿ ਮਕਾਨਾਂ ਵਿੱਚ ਆਉਣ ਵਾਲੀ ਦਿਆਰ ਬਿਆਰ ਆਦਿਕ ਵੱਢ ਕੇ ਉਹਨਾਂ ਦੇ ਬੇੜੇ ਬੰਨ੍ਹ ਕੇ ਬਿਆਸਾਂ ਵਿੱਚ ਤਾਰ ਦਿਓ। ਇਸ ਤਰ੍ਹਾਂ ਛੇਤੀ ਹੀ ਬਹੁਤ ਸਾਰੀ ਲੱਕੜੀ ਗੋਇੰਦਵਾਲ ਪਹੁੰਚਣ ਲੱਗ ਗਈ ਅਤੇ ਲੋਕ ਆਪੋ ਆਪਣੇ ਮਕਾਨ ਅਤੇ ਦੁਕਾਨ ਉਸਾਰਨ ਲੱਗ ਪਏ। ਜਦ ਲੱਕੜਾਂ ਦੀ ਲੋੜ ਪੂਰੀ ਹੋ ਗਈ ਤਾਂ ਗੁਰੂ ਜੀ ਨੇ ਸਾਵਨ ਮੱਲ ਨੂੰ ਗੋਇੰਦਵਾਲ ਵਾਪਿਸ ਸੱਦ ਭੇਜਿਆ। ਪਰ ਸਾਵਨ ਮੱਲ ਨੇ ਸੋਚਿਆ ਕਿ ਜੇਕਰ ਮੈਂ ਚਲਾ ਗਿਆ ਤਾਂ ਗੁਰੂ ਜੀ ਮੇਰੇ ਪਾਸੋਂ ਆਪਣਾ ਰੁਮਾਲ ਲੈ ਲੈਣਗੇ, ਫਿਰ ਮੇਰੀ ਕੋਈ ਮਾਨਤਾ ਨਹੀਂ ਰਹੇਗੀ, ਮੇਰੀ ਸਾਰੀ ਸ਼ਕਤੀ ਚਲੀ ਜਾਏਗੀ। ਚੰਗਾ ਇਹੀ ਹੈ ਕਿ ਮੈਂ ਗੋਇੰਦਵਾਲ ਨਾ ਹੀ ਜਾਵਾਂ। ਇਹ ਵਿਚਾਰ ਕੇ ਜਦ ਸਾਵਨ ਮੱਲ ਨੇ ਗੁਰੂ ਜੀ ਦੀ ਆਗਿਆ ਦਾ ਪਾਲਨ ਨਾ ਕੀਤਾ ਤਾਂ ਗੁਰੂ ਜੀ ਨੇ ਉਸ ਦੀ ਸਾਰੀ ਸ਼ਕਤੀ ਖਿੱਚ ਲਈ। ਸ਼ਕਤੀ ਦੇ ਚਲੇ ਜਾਣ ਨਾਲ ਸਾਵਨ ਮੱਲ ਬਹੁਤ ਪਛਤਾਇਆ ਅਤੇ ਗੁਰੂ ਜੀ ਤੋਂ ਆਪਣੀ ਭੁੱਲ ਬਖਸ਼ਾਉਣ ਵਾਸਤੇ ਗੋਇੰਦਵਾਲ ਜਾਣ ਵਾਸਤੇ ਤਿਆਰ ਹੋ ਕੇ ਉਸ ਨੇ ਰਾਜੇ ਨੂੰ ਕਿਹਾ ਕਿ ਆਪਣੇ ਪਰਿਵਾਰ ਸਹਿਤ ਗੋਇੰਦਵਾਲ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲ ਕਰ ਲਵੋ। ਗੁਰੂ ਜੀ ਆਪਣੇ ਸੇਵਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਦਿੰਦੇ ਹਨ। ਸਾਵਨ ਮੱਲ ਦੀ ਪ੍ਰੇਰਨਾ ਨਾਲ ਰਾਜੇ ਅਤੇ ਰਾਣੀ ਵੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਆ ਗਏ। ਸਾਵਨ ਮੱਲ ਨੂੰ ਬਹੁਤ ਪਛਤਾਵਾ ਹੋ ਰਿਹਾ ਸੀ ਕਿ ਉਸ ਨੇ ਗੁਰੂ ਜੀ ਦੇ ਹੁਕਮ ਦੀ ਨਿਰਾਦਰੀ ਕੀਤੀ ਹੈ। ਗੁਰੂ ਜੀ ਨੇ ਸੱਦਿਆ ਸੀ ਅਤੇ ਮੈਂ ਗਿਆ ਨਹੀਂ। ਜਦੋਂ ਉਹ ਰਾਜੇ ਰਾਣੀਆਂ ਨਾਲ ਆਇਆ ਤਾਂ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ ਕਿ ਮੈਂ ਸਤਿਗੁਰ ਪਾਸ ਹੁਣ ਕਿਸ ਤਰ੍ਹਾਂ ਜਾਵਾਂ, ਅਤੇ ਉਸ ਨੇ ਰਾਜੇ ਰਾਣੀਆਂ ਨੂੰ ਬਾਹਰ ਹੀ ਖੜਾ ਕਰਕੇ ਸਤਿਗੁਰ ਜੀ ਦੇ ਦਰਸ਼ਨ ਕਰਨ ਵਾਸਤੇ ਨਿਮਰਤਾ ਸਹਿਤ ਪ੍ਰੇਮ ਵਿੱਚ ਆਣ ਕੇ ਸਤਿਗੁਰੂ ਜੀ ਦੇ ਚਰਨ ਕਮਲਾਂ ਵਿੱਚ ਆ ਕੇ ਮੱਥਾ ਟੇਕਿਆ ਅਤੇ ਨਮਸਕਾਰ ਕੀਤੀ ਅਤੇ ਕਿਹਾ, ਮਹਾਰਾਜ ਕਿਰਪਾ ਕਰਕੇ ਆਪਣੇ ਚਰਨੀ ਲਾਓ। ਮੇਰੇ ਨਾਲ ਰਾਜਾ ਅਤੇ ਰਾਣੀਆਂ ਵੀ ਆਈਆਂ ਹਨ। ਸਤਿਗੁਰੂ ਜੀ ਨੇ ਸਾਵਨ ਮੱਲ ਦਾ ਪਿਆਰ ਨਿਮਰਤਾ ਵੇਖ ਕੇ ਸਾਵਨ ਮੱਲ ਨੂੰ ਮਾਫ ਕੀਤਾ ਅਤੇ ਕਿਹਾ, ਸਤਿਗੁਰੂ ਜੀ ਦੀ ਬਾਣੀ ਨਾਲ ਆਪ ਜੁੜਨਾ ਹੈ, ਹੋਰਨਾਂ ਨੂੰ ਵੀ ਜੋੜਨਾ ਹੈ, ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ। ਸਾਵਨ ਮੱਲ ਨੇ ਹੱਥ ਜੋੜ ਕੇ 7 ਵਚਨ ਕਹਿ ਕੇ ਮੱਥਾ ਟੇਕਿਆ ਅਤੇ ਆਖਿਆ ਕਿ ਮਹਾਰਾਜ ਹਰੀਪੁਰ ਦਾ ਰਾਜਾ ਆਪਣੀਆਂ ਰਾਣੀਆਂ ਸਹਿਤ ਆਪ ਜੀ ਦੇ ਦਰਸ਼ਨ ਕਰਨ ਆਇਆ ਹੈ। ਗੁਰੂ ਜੀ ਨੇ ਬਚਨ ਕੀਤਾ ਕਿ ਰਾਜਾ ਪਹਿਲਾਂ ਲੰਗਰ ਵਿੱਚ ਪ੍ਰਸ਼ਾਦਾ ਛਕ ਕੇ ਫਿਰ ਸਾਡੇ ਪਾਸ ਆਵੇ, ਅਤੇ ਜੇਕਰ ਉਸ ਦੀਆਂ ਰਾਣੀਆਂ ਵੀ ਆਉਣਾ ਚਾਹੁਣ ਤਾਂ ਉਹ ਚਿੱਟੇ ਕੱਪੜੇ ਪਹਿਨ ਕੇ ਆਉਣ, ਰੰਗਦਾਰ ਕੱਪੜੇ ਪਹਿਨ ਕੇ ਕੋਈ ਨਾ ਆਵੇ ਅਤੇ ਨਾ ਹੀ ਕੋਈ ਮੂੰਹ
ਢੱਕ ਕੇ ਆਵੇ। ਜਦ ਰਾਜਾ ਇਸ ਤਰ੍ਹਾਂ ਗੁਰੂ ਜੀ ਦੀ ਆਗਿਆ ਅਨੁਸਾਰ ਹੀ ਪ੍ਰਸ਼ਾਦ ਛਕ ਕੇ ਰਾਣੀਆਂ ਨੂੰ ਚਿੱਟੇ ਕੱਪੜੇ ਪਵਾ ਕੇ ਗੁਰੂ ਜੀ ਦੇ ਹਾਜ਼ਰ ਹੋਇਆ ਤਾਂ ਇੱਕ ਰਾਣੀ ਨੇ ਗੁਰੂ ਜੀ ਪਾਸ ਕੁਝ ਸਿੱਖ ਬੈਠੇ ਹੋਏ ਵੇਖ ਕੇ ਘੁੰਡ ਕੱਢ ਲਿਆ। ਗੁਰੂ ਜੀ ਨੇ ਉਸ ਨੂੰ ਵੇਖ ਕੇ ਆਖਿਆ ਕਿ ਇਹ ਕਮਲੀ ਕਿਸ ਕਰਕੇ ਆਈ ਹੈ। ਜੇਕਰ ਇਸ ਨੂੰ ਸਾਡੇ ਦਰਸ਼ਨ ਕਰਨੇ ਚੰਗੇ ਨਹੀਂ ਸਨ ਲੱਗਦੇ। ਆਪ ਜੀ ਦੇ ਇਸ ਸੁਭਾਵਕ ਵਾਕ ਨਾਲ ਉਹ ਰਾਣੀ ਤਤਛਿਣ ਹੀ ਸੁੱਧ ਬੁੱਧ ਭੁੱਲ ਕੇ ਚੀਕਾਂ ਮਾਰਦੀ ਹੋਈ ਬਾਹਰ ਨੂੰ ਭੱਜ ਗਈ। ਇਹ ਗੱਲ ਵੇਖ ਕੇ ਰਾਜਾ ਬੜਾ ਪਰੇਸ਼ਾਨ ਹੋਇਆ। ਉਸ ਨੂੰ ਗੁਰੂ ਜੀ ਦੇ ਬਚਨਾਂ ਉੱਤੇ ਬਹੁਤ ਸ਼ਰਧਾ ਵੱਜ ਗਈ ਅਤੇ ਰਾਜਾ ਗੁਰੂ ਜੀ ਦੇ ਦਰਸ਼ਨ ਕਰਕੇ ਵਾਪਸ ਆਪਣੇ ਰਾਜ ਨੂੰ ਚਲਿਆ ਗਿਆ ਅਤੇ ਕਮਲੀ ਹੋਈ ਰਾਣੀ ਨੂੰ ਉੱਥੇ ਹੀ ਛੱਡ ਦਿੱਤਾ। ਗੁਰੂ ਜੀ ਨੇ ਸਾਵਨ ਮਲ ਦਾ ਸ਼ਰਧਾ ਪ੍ਰੇਮ ਵੇਖ ਕੇ ਉਸ ਨੂੰ ਫਿਰ ਵਰ ਸ਼ਕਤੀ ਬਖਸ਼ ਦਿੱਤੀ ਅਤੇ ਆਖਿਆ ਕਿ ਤੁਸੀਂ ਹਰੀਪੁਰ ਜਾ ਕੇ ਗੁਰੂ ਸਿੱਖੀ ਦਾ ਪ੍ਰਚਾਰ ਕਰੋ ਅਤੇ ਫਿਰ ਕਦੀ ਵੀ ਆਪਣੇ ਮਨ ਵਿੱਚ ਇਸ ਸ਼ਕਤੀ ਦਾ ਹੰਕਾਰ ਨਾ ਕਰਨਾ। ਜੋ ਰਾਣੀ ਕਮਲੀ ਹੋ ਗਈ ਸੀ, ਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਰਾਣੀ 'ਤੇ ਮਿਹਰ ਕੀਤੀ, ਉਸ ਨੂੰ ਠੀਕ ਕਰ ਦਿੱਤਾ ਅਤੇ ਆਪਣੇ ਸਿੱਖ ਸੇਵਕ ਸੱਜਣ ਸੱਚ ਨਾਲ ਉਸ ਦਾ ਵਿਆਹ, ਜੋ ਕਿ ਗੁਰੂ ਘਰ ਦਾ ਸਿੱਖ ਸੇਵਕੀ ਸੀ, ਗੁਰੂ ਘਰ ਦਾ ਪ੍ਰੇਮੀ ਸੀ, ਪਰਮਾਤਮਾ ਦੀ ਬਾਣੀ ਨਾਲ ਜੁੜਿਆ ਹੋਇਆ ਸੀ ਅਤੇ ਜੋ ਜੰਗਲ ਵਿੱਚੋਂ ਲੱਕੜੀਆਂ ਲਿਆਉਂਦਾ ਸੀ ਅਤੇ ਗੁਰੂ ਘਰ ਦਾ ਚਰਨ ਸਿੱਧ ਸੇਵਕ ਸੀ, ਨਾਲ ਕਰ ਦਿੱਤਾ। ਵਿਆਹ ਪਿੱਛੋਂ ਜਦੋਂ ਸੱਜਣ ਸਿੰਘ ਅਤੇ ਰਾਣੀ ਗੁਰੂ ਜੀ ਦੇ ਦਰਸ਼ਨ ਕਰਨ ਆਏ, ਉਸੇ ਤਰ੍ਹਾਂ ਹੀ ਪਰਮਾਤਮਾ ਦੀ ਬਾਣੀ ਵਿੱਚ ਸੇਵਾ ਵਿੱਚ ਲੀਨ ਹੋ ਗਏ ਅਤੇ ਸਤਿਗੁਰੂ ਜੀ ਨੇ ਉਹਨਾਂ ਦੀ ਲਗਨ ਦੇਖ ਕੇ ਉਹਨਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਅਤੇ ਸਦਾ ਲਈ ਬਾਣੀ ਨਾਲ ਜੁੜ ਗਏ। ਸਤਿਗੁਰੂ ਜੀ ਦੀ ਉਸਤਤ ਕਰਦੇ ਰਹੇ ਔਰ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਂਦੇ ਰਹੇ। ਅਗਰ ਅਸੀਂ ਵੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ ਹਨ ਤਾਂ ਸਾਨੂੰ ਵੀ ਨਿਜ ਸਵਾਰਥ ਹੋ ਕੇ ਸਤਿਗੁਰੂ ਦੀ ਬਾਣੀ ਨਾਲ ਜੁੜਨਾ ਚਾਹੀਦਾ ਹੈ। ਸਤਿਗੁਰੂ ਜੀ ਦੀਆਂ ਸੰਗਤਾਂ ਦੀ ਸੇਵਾ ਨਾਲ ਜੁੜਨਾ ਚਾਹੀਦਾ ਹੈ ਔਰ ਆਪਣੇ ਗੁਰੂ 'ਤੇ ਸ਼ਰਧਾ ਬਣਾ ਕੇ ਰੱਖਣੀ ਚਾਹੀਦੀ ਹੈ, ਤਾਂ ਸਾਡੀਆਂ ਵੀ ਝੋਲੀਆਂ ਖੁਸ਼ੀ ਨਾਲ ਭਰ ਜਾਣਗੀਆਂ ਅਤੇ ਸਾਨੂੰ ਵੀ ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਰ ਕੋਈ त्रुटि हो गई होए ਤਾਂ ਮਾफ़ करना। अगर वीडियो अच्छी लगे तो इसनों लाइक और शेयर जरूर करना। जो चैनल दे नवे हैं सबसक्राइब भी कर लेना और बैल आइकन भी दबा लेना और अपने विचार कमेंट द्वारा जरूर शेयर करना। वाहिगुरू जी का खालसा, वाहिगुरू जी की फतेह।